ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਕਰਨ ਲੱਗੇ 9ਵੀਂ ਸ਼੍ਰੇਣੀ ਦਾ ਪਾਠ ਨੰਬਰ 1 ਨਾਗਰਿਕ ਸ਼ਾਸਤਰ ਦਾ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ, ਜੋ ਖਾਲੀ ਥਾਵਾਂ ਹੈ। ਚੌਲ ਰਾਜਾ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪੁਰ ਸੀਗੀ। ਚਿਲੀ ਵਿੱਚ ਸੋਸ਼ਲਿਸਟ ਪਾਰਟੀ ਦੀ ਅਗਵਾਈ ਸਾਲਵਾਡੋਰ ਐਲੈਂਡੇ ਨੇ ਕੀਤੀ। ਸਹੀ ਗਲਤ ਦੇ ਵਿੱਚ ਹੈ ਜੀ, ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ ਭਾਰਤ। ਗਲਤ ਹੈ ਜੀ, ਅਸਥਾਈ ਮੈਂਬਰ ਹੈ। ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਲੋਕਤੰਤਰ ਲਗਾਤਾਰ ਚੱਲਦਾ, ਇਹ ਵੀ ਗਲਤ ਹੈ ਜੀ। ਅਗਲਾ ਸਾਡੇ ਕੋਲੇ ਬਹੁ ਵਿਕਲਪੀ ਪ੍ਰਸ਼ਨ ਹੈ। ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਨੇ ਦੁਨੀਆ ਦੇ ਦੇਸ਼ਾਂ ਨੂੰ ਸੰਸਦੀ ਲੋਕਤੰਤਰ ਪ੍ਰਣਾਲੀ ਅਪਣਾਉਣ ਦੀ ਪ੍ਰੇਰਨਾ ਦਿੱਤੀ? ਤਾਂ ਇਸ ਦਾ ਸਹੀ ਉੱਤਰ ਹੈ ਜੀ, ਫਰਾਂਸ ਨੇ ਜਿਹੜੀ ਇਹ ਸੰਸਦੀ ਲੋਕਤੰਤਰ ਪ੍ਰਣਾਲੀ ਅਪਣਾਉਣ ਦੀ ਪ੍ਰੇਰਨਾ ਦਿੱਤੀ। ਤਾਂ ਅਗਲਾ ਹੈ, ਹੇਠ ਲਿਖੇ ਵਿੱਚੋਂ ਵੀਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ? ਤੇ ਇਹਨਾਂ ਵਿੱਚੋਂ ਸਾਡੇ ਭਾਰਤ ਦੇ ਕੋਲ ਜਿਹੜੀ ਵੀਟੋ ਪਾਵਰ ਨਹੀਂ ਹੈ। ਹਾਂਜੀ, ਸਭ ਤੋਂ ਪਹਿਲਾਂ ਇਸ ਪਾਠ ਦੇ ਵਿੱਚ ਵਸਤੂਨਿਸ਼ਟ ਪ੍ਰਸ਼ਨ ਦੇ ਵਿੱਚ ਬਹੁ ਵਿਕਲਪੀ ਪ੍ਰਸ਼ਨ ਜੋ ਅਸੀਂ 1 ਬਾਏ 1 ਉਹਨਾਂ ਨੂੰ ਰੀਡ ਕਰਾਂਗੇ, ਨਾਲ ਉਹਨਾਂ ਦੇ ਆਨਸਰਸ। ਇਹ ਤੁਸੀਂ ਇਸੇ ਤਰ੍ਹਾਂ ਆਪਣੀ ਫੇਅਰ ਕਾਪੀ ਦੇ ਉੱਪਰ ਇਹਨਾਂ ਨੂੰ ਨੋਟ ਕਰ ਸਕਦੇ ਹੋ। ਇਹਨਾਂ ਨੂੰ ਨੋਟ ਕਰਨ ਤੋਂ ਬਾਅਦ ਤੁਸੀਂ ਇਹਨਾਂ ਦੇ ਨੋਟਸ ਤਿਆਰ ਕਰ ਸਕਦੇ ਹੋ ਔਰ ਆਪਣੀ ਰਿਵੀਜ਼ਨ ਲੈ ਸਕਦੇ ਹੋ। ਪਹਿਲਾ ਪ੍ਰਸ਼ਨ ਹੈ ਜੀ, ਚਿਲੀ ਵਿੱਚ 11 ਸਤੰਬਰ 1973 ਈਸਵੀ ਨੂੰ ਸੈਨਾ ਨੇ ਸਰਕਾਰ ਦਾ ਤਖਤਾ ਪਲਟ ਦਿੱਤਾ। ਉਸ ਸਮੇਂ ਚਿਲੀ ਦਾ ਰਾਸ਼ਟਰਪਤੀ ਕੌਣ ਸੀ? ਤਾਂ ਉਸ ਸਮੇਂ ਚਿਲੀ ਦਾ ਰਾਸ਼ਟਰਪਤੀ ਕੌਣ ਸੀ? ਤਾਂ ਆਨਸਰ ਤੁਹਾਡੇ ਕੋਲ ਨੀਚੇ ਦਿੱਤਾ ਹੀ ਹੋਇਆ ਹੈ, ਸਾਲਵਾਡੋਰ ਐਲੈਂਡੇ। ਸਾਲਵਾਡੋਰ ਐਲੈਂਡੇ ਜੋ ਉਸ ਸਮੇਂ ਚਿਲੀ ਦਾ ਰਾਸ਼ਟਰਪਤੀ ਸੀ 1973 ਈਸਵੀ ਦੇ ਵਿੱਚ, 1973 ਦੇ ਵਿੱਚ। ਚਿਲੀ ਵਿੱਚ ਸੈਨਿਕ ਤਾਨਾਸ਼ਾਹੀ ਕਦੋਂ ਖਤਮ ਹੋਈ? ਚਿਲੀ ਵਿੱਚ ਸੈਨਿਕ ਤਾਨਾਸ਼ਾਹੀ ਕਦੋਂ ਖਤਮ ਹੋਈ? ਤਾਂ ਸਹੀ ਆਨਸਰ ਹੈ 1990 ਈਸਵੀ ਦੇ ਵਿੱਚ ਜਿਹੜੀ ਚਿਲੀ ਵਿੱਚ ਸੈਨਿਕ ਤਾਨਾਸ਼ਾਹੀ ਜਿਹੜੀ ਉਹ ਖਤਮ ਹੋਈ। 1980 ਵਿੱਚ ਪੋਲੈਂਡ ਵਿੱਚ ਕਿਸ ਪਾਰਟੀ ਦਾ ਸ਼ਾਸਨ ਸੀ? ਸਮਾਜਵਾਦੀ ਪਾਰਟੀ, ਪੋਲਿਸ਼ ਸੰਯੁਕਤ ਕਿਰਤ ਪਾਰਟੀ ਜਾਂ ਪੋਲਿਸ਼ ਕਿਰਤ ਪਾਰਟੀ ਜਾਂ ਕੋਈ ਨਹੀਂ? ਤਾਂ ਇਸ ਦਾ ਸਹੀ ਆਪਸ਼ਨ ਹੈ ਜੀ, ਪੋਲਿਸ਼ ਸੰਯੁਕਤ ਕਿਰਤ ਪਾਰਟੀ ਦਾ ਜਿਹੜਾ 1980 ਈਸਵੀ ਦੇ ਵਿੱਚ ਪੋਲੈਂਡ ਵਿੱਚ ਇਹ ਪਾਰਟੀ ਦਾ ਸ਼ਾਸਨ ਸੀ। ਲੈਨਨ ਸ਼ਿਲਪਯਾਰਡ ਨੇ ਮਜ਼ਦੂਰਾਂ ਨੇ ਹੜਤਾਲ ਕਦੋਂ ਕੀਤੀ? ਜਿਹੜੇ ਲੈਨਨ ਸ਼ਿਲਪਯਾਰਡ ਦੇ ਮਜ਼ਦੂਰ ਸੀਗੇ ਉਹਨਾਂ ਨੇ ਹੜਤਾਲ ਕਦੋਂ ਕੀਤੀ? 14 ਅਗਸਤ 1980 ਈਸਵੀ ਵਿੱਚ ਜਿਹੜੀ ਲੈਨਨ ਸ਼ਿਲਪਯਾਰਡ ਦੇ ਮਜ਼ਦੂਰਾਂ ਦੁਆਰਾ ਜਿਹੜੀ ਹੜਤਾਲ ਕੀਤੀ ਗਈ ਸੀ। ਨੈਕਸਟ ਹੈ ਜੀ, ਛੋਟੇ ਜਿਹੜੇ ਉੱਤਰਾਂ ਵਾਲੇ ਪ੍ਰਸ਼ਨ ਅਸੀਂ ਉਹ ਪੜਾਂਗੇ 1 ਬਾਏ 1 ਉਸੇ ਤਰ੍ਹਾਂ ਹੀ। ਅੱਜ ਕੱਲ੍ਹ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਜਾ ਰਹੀ ਹੈ? ਤਾਂ ਅੱਜ ਕੱਲ੍ਹ ਜਿਹੜੀ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਲੋਕਤੰਤਰ ਜਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਜਾ ਰਹੀ ਹੈ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਤੇ ਜਰਮਨੀ ਵਿੱਚ ਪ੍ਰਚਲਿਤ ਵਿਚਾਰਧਾਰਾਵਾਂ ਦੇ ਨਾਂ ਲਿਖੋ ਜਿਨ੍ਹਾਂ ਕਾਰਨ ਲੋਕਤੰਤਰ ਨੂੰ ਵੱਡਾ ਧੱਕਾ ਲੱਗਾ। ਤਾਂ ਇਟਲੀ ਦੇ ਵਿੱਚ ਬੇਟਾ ਫਾਂਸੀਵਾਦੀ ਅਤੇ ਜਰਮਨੀ ਦੇ ਵਿੱਚ ਨਾਜ਼ੀਵਾਦੀ। ਇਹ ਦੋ ਮਹੱਤਵਪੂਰਨ ਕਹਿ ਲਓ ਕਿ ਧਾਰਾਵਾਂ ਸੀਗੀਆਂ ਜਿਨ੍ਹਾਂ ਦੇ ਕਾਰਨ ਜਿਹੜਾ ਲੋਕਤੰਤਰ ਨੂੰ ਬਹੁਤ ਵੱਡਾ ਧੱਕਾ ਲੱਗਾ ਸੀ। ਇਟਲੀ ਵਿੱਚ ਫਾਂਸੀਵਾਦ ਅਤੇ ਜਰਮਨੀ ਵਿੱਚ ਨਾਜ਼ੀਵਾਦ। ਐਲੈਂਡੇ ਚਿਲੀ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ? ਤਾਂ ਐਲੈਂਡੇ ਜਿਹੜਾ ਚਿਲੀ ਦਾ ਰਾਸ਼ਟਰਪਤੀ 1970 ਈਸਵੀ ਦੇ ਵਿੱਚ ਚੁਣਿਆ ਗਿਆ। ਚਿਲੀ ਵਿੱਚ ਲੋਕਤੰਤਰ ਦੀ ਮੁੜ ਬਹਾਲੀ ਕਦੋਂ ਹੋਈ? ਤਾਂ 1990 ਈਸਵੀ ਜਿਹੜਾ ਚਿਲੀ ਦੇ ਵਿੱਚ ਲੋਕਤੰਤਰ ਦੀ ਮੁੜ ਬਹਾਲੀ ਹੋਈ। ਇੱਥੇ 1988 ਲਿਖਿਆ, ਤਾਂ ਤੁਸੀਂ 1990 ਈਸਵੀ ਵਿੱਚ ਜਿਹੜਾ ਲੋਕਤੰਤਰ ਦੀ ਮੁੜ ਬਹਾਲੀ ਹੋਈ ਹੈ ਚਿਲੀ ਵਿੱਚ। ਪੋਲੈਂਡ ਵਿੱਚ ਲੋਕਤੰਤਰੀ ਵਿਚਾਰਧਾਰਾ ਦੀ ਮੰਗ ਦੇ ਲਈ ਹੜਤਾਲ ਦੀ ਅਗਵਾਈ ਕਿਸ ਨੇ ਕੀਤੀ ਸੀ? ਲੇਕ ਵਾਲੇਸਾ ਸੀਗਾ ਜੋ ਨੇ ਅਤੇ ਸੈਲੀਡੇਟਰੀ ਨੇ ਪੋਲੈਂਡ ਵਿੱਚ ਹੜਤਾਲ ਦੀ ਅਗਵਾਈ ਕੀਤੀ ਸੀ। ਲੇਕ ਵਾਲੇਸਾ ਤੇ ਸੈਲੀਡੇਟਰੀ। ਪੋਲੈਂਡ ਵਿੱਚ ਰਾਸ਼ਟਰਪਤੀ ਦੀ ਪਦਵੀ ਲਈ ਕਿਹੜੀ ਪਹਿਲੀ ਵਾਰੀ ਚੋਣਾਂ ਕਦੋਂ ਹੋਈਆਂ ਤੇ ਕੌਣ ਰਾਸ਼ਟਰਪਤੀ ਬਣਿਆ? ਰਾਸ਼ਟਰਪਤੀ ਦੀ ਪਦਵੀ ਦੇ ਲਈ ਜਿਹੜਾ ਪੋਲੈਂਡ ਦੇ ਵਿੱਚ ਪਹਿਲੀ ਵਾਰ ਚੁਣਾਵ ਜਿਹੜੇ 1990 ਈਸਵੀ ਵਿੱਚ ਹੋਏ ਤੇ ਲੇਕ ਵਾਲੇਸਾ ਜਿਹੜਾ ਰਾਸ਼ਟਰਪਤੀ ਚੁਣਿਆ ਗਿਆ। ਠੀਕ ਹੈ, 1990 ਈਸਵੀ ਵਿੱਚ ਪਹਿਲੀ ਵਾਰ ਚੁਣਾਵ ਹੋਏ ਤੇ ਰਾਸ਼ਟਰਪਤੀ ਲੇਕ ਵਾਲੇਸਾ ਚੁਣਿਆ ਗਿਆ, ਜਿਸ ਨੇ ਕਿ ਪੋਲੈਂਡ ਦੇ ਵਿੱਚ ਹੜਤਾਲ ਦੀ ਅਗਵਾਈ ਕੀਤੀ ਸੀ ਅਧਿਕਾਰਾਂ ਨੂੰ ਮੰਗਾਂ ਨੂੰ ਲੈ ਕੇ। ਭਾਰਤ ਵਿੱਚ ਸਰਵ ਵਿਆਪਕ ਮਤਾਧਿਕਾਰ ਕਦੋਂ ਲਾਗੂ ਕੀਤਾ ਗਿਆ? ਤਾਂ ਭਾਰਤ ਦੇ ਵਿੱਚ ਜਿਹੜਾ ਬੱਚੇ ਸਰਵ ਵਿਆਪਕ ਬਾਲਗ ਮਤਾਧਿਕਾਰ 1950 ਈਸਵੀ ਵਿੱਚ ਸੰਵਿਧਾਨ ਦੇ ਲਾਗੂ ਹੋਣ ਦੇ ਨਾਲ ਦਿੱਤਾ ਗਿਆ ਸੀ। ਹੁਣ ਸੰਵਿਧਾਨ ਸਾਡਾ 1950 ਵਿੱਚ ਲਾਗੂ ਹੋਇਆ, ਅਸੀਂ ਸਾਰੇ ਜਾਣਦੇ ਹੀ ਹਾਂ। ਠੀਕ ਹੈ, ਤਾਂ ਸਰਵ ਵਿਆਪਕ ਬਾਲਗ ਮਤਾਧਿਕਾਰ ਤੋਂ ਭਾਵ ਹੈ ਕਿ ਸਾਰੇ ਹੀ ਨਾਗਰਿਕਾਂ ਨੂੰ ਵੋਟ ਦੇਣ ਦਾ ਇੱਕ ਨਿਸ਼ਚਿਤ ਉਮਰ ਤੋਂ, ਜਿਸ ਤਰ੍ਹਾਂ ਸਾਡੇ ਭਾਰਤ ਦੇ ਵਿੱਚ ਤੁਹਾਡੀ ਜਾਣਕਾਰੀ ਲਈ ਦੱਸ ਦਈਏ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਉਸ ਤੋਂ ਉੱਪਰ ਉਮਰ ਵਾਲੇ ਸਾਰੇ ਹੀ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਹੈ। ਬਿਨਾਂ ਕਿਸੇ ਭੇਦਭਾਵ ਦੇ ਸਾਰੇ ਹੀ ਬਰਾਬਰ ਹਿੱਸਾ ਲੈ ਸਕਦੇ ਨੇ ਵੋਟ ਦੇ ਵਿੱਚ। ਤਾਂ ਇਹ 1950 ਈਸਵੀ ਵਿੱਚ ਸੰਵਿਧਾਨ ਦੇ ਲਾਗੂ ਹੋਣ ਦੇ ਨਾਲ ਹੀ ਇਹ ਸਾਡੇ ਦੇਸ਼ ਵਿੱਚ ਲਾਗੂ ਹੋ ਗਿਆ ਸੀ। ਕਿਹੜੇ ਦੋ ਵੱਡੇ ਮਹਾਂਦੀਪ ਬਸਤੀਵਾਦ ਦਾ ਸ਼ਿਕਾਰ ਰਹੇ? ਏਸ਼ੀਆ ਤੇ ਅਫਰੀਕਾ ਵੱਡੇ ਦੋ ਮਹਾਂਦੀਪ ਜਿਹੜੇ ਬਸਤੀਵਾਦ ਦਾ ਸ਼ਿਕਾਰ ਰਹੇ।
ਦੱਖਣੀ ਅਫਰੀਕਾ ਮਹਾਦੀਪ ਦੇ ਦੇਸ਼ ਘਾਨਾ ਨੂੰ ਕਦੋਂ ਆਜ਼ਾਦੀ ਪ੍ਰਾਪਤ ਹੋਈ? ਤਾਂ 1957 ਈਸਵੀ ਦੇ ਵਿੱਚ ਜਿਹੜੀ ਘਾਨਾ ਨੂੰ ਆਜ਼ਾਦੀ ਪ੍ਰਾਪਤ ਹੋਈ ਹੈ। ਸਾਡੇ ਗਵਾਂਢੀ ਦੇਸ਼ ਪਾਕਿਸਤਾਨ ਵਿੱਚ ਕਿਸ ਫੌਜੀ ਕਮਾਂਡਰ ਨੇ 1999 ਈਸਵੀ ਵਿੱਚ ਚੁਣੀ ਹੋਈ ਸਰਕਾਰ ਦੀ ਸੱਤਾ ਤੇ ਕਬਜ਼ਾ ਕਰ ਲਿਆ ਸੀ? ਤਾਂ ਜਨਰਲ परवेश मुशर्रफ, ठीक है, जनरल परवेश मुशर्रफ सी जो उन्होंने किया, मुशर्रफ ने जिहड़ा 1999 ईस्वी विच सरकार बदल के उस उपर अधिकार कर लिया। दो अंतरराष्ट्रीय संस्थावां दे नाम लिखने हैं, संयुक्त राष्ट्र संघ ते अंतरराष्ट्रीय मुद्रा कोष। अंतरराष्ट्रीय संस्थावां हैगियां दो, संयुक्त राष्ट्र संघ, ठीक है, अंतरराष्ट्रीय मुद्रा कोष। तो इस तरह तुसीं अपने बुक दे विच देखोगे होर भी अंतरराष्ट्रीय संस्थावां दा जिक्र है। अंतरराष्ट्रीय मुद्रा कोष संस्था की काम करती है? अंतरराष्ट्रीय मुद्रा कोष संस्था है जो ਵੱਖ-ਵੱਖ देशों को विकास के लिए पैसा कर्जे के रूप में दिंदी है। ये अंतरराष्ट्रीय मुद्रा कोष का काम है। संयुक्त राष्ट्र संघ में कितने देश मैंबर हैं? तो संयुक्त राष्ट्र संघ के हुण 193 देश मैंबर हैं। और आप दी सब की जानकारी लिए एक गल दस दईए कि जिहड़ा संयुक्त राष्ट्र संघ है उसके 193 देश इस टाइम मैंबर हैं। तो स्टार्टिंग के 51 देश इसके मैंबर सी, भारत भी इसका एक अस्थाई मैंबर है। दुनिया भर में प्रचलित शासन प्रणालियों के नाम लिखो। तो राजतंत्र है, सत्तावादी है, सर्व सत्तावादी है, तानाशाही, सैनिक तानाशाही ते लोकतंत्र। यानी कि जिहड़ियां दुनिया भर दे विच जिहड़ियां प्रचलित शासन प्रणालियां हैं, अलग अलग देशों के शासन करने लई ये प्रणालियां चलदियां हैं। उस तो अगे बड़े जिहड़े उत्तर वाले प्रश्न हैगे थोड़े। सर्व व्यापक बालग मताधिकार तो की भाव है? देश के सारे नागरिकों, जिस तरह तुहानूं पहला दस्सिया सी कि जाति, लिंग, जन्म, वर्ण, प्रजाति ते भेदभाव तो बिना एक निश्चित उम्र प्राप्त करन तो बाद चोणां विच वोट देने का अधिकार दिता जाता है। इसनूं सर्व व्यापक बालग मताधिकार कहा जाता है कि एक निश्चित उम्र पूरी करन तो बाद उन्होंने वोट देने का अधिकार दिता जाता है। तो भारत में जिस तरह तुहानूं मैं पहला भी दस्सिया कि भारत में 18 साल की उम्र प्राप्त होने करन तो बाद जो भी 18 साल की उम्र पूरी कर जाते हैं सारिਆਂ ਨੂੰ ही बिना किसी भेदभाव के वोट देने का अधिकार दिता जाता है। चौल वंश के राजिਆਂ ਦੇ ਸਮੇਂ ਸਥਾਨਕ ਪੱਧਰ ਦੇ ਲੋਕਤੰਤਰ ਤੇ ਨੋਟ ਲਿਖੋ। ਤਾਂ ਚੌਲ ਸ਼ਾਸਕਾਂ ਦੇ ਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਲਈ ਰਾਜ ਨੂੰ ਕਈ ਇਕਾਈਆਂ ਵਿੱਚ ਵੰਡਿਆ ਸੀ ਅਤੇ ਇਹਨਾਂ ਪ੍ਰਸ਼ਾਸਨਿਕ ਇਕਾਈਆਂ ਨੂੰ ਸੁਤੰਤਰ ਅਧਿਕਾਰ ਪ੍ਰਾਪਤ ਸਨ। ਕਈ ਇਕਾਈਆਂ ਵਿੱਚ ਰਾਜ ਨੂੰ ਵੰਡ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਕੀ ਆ ਸੁਤੰਤਰ ਅਧਿਕਾਰ ਵੀ ਪ੍ਰਾਪਤ ਸੀਗੇ ਪ੍ਰਸ਼ਾਸਨਿਕ ਇਕਾਈਆਂ ਨੂੰ। ਉਹਨਾਂ ਨੇ ਸਥਾਨਕ ਵਿਵਸਥਾ ਨੂੰ ਚਲਾਉਣ ਲਈ ਸਮਿਤੀ ਵਿਵਸਥਾ ਸ਼ੁਰੂ ਕੀਤੀ ਜਿਸ ਨੂੰ ਕਿ ਵਰਿਆਮ ਪ੍ਰਣਾਲੀ ਕਹਿੰਦੇ ਸਨ। ਠੀਕ ਹੈ, ਵੱਖ-ਵੱਖ ਕੰਮਾਂ ਦੇ ਲਈ ਵੱਖ-ਵੱਖ ਸਮਿਤੀਆਂ ਬਣਾਈਆਂ ਜਾਂਦੀਆਂ ਸਨ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਉਰ, ਠੀਕ ਹੈ, ਯਾਨੀ ਕਿ ਪਿੰਡ ਅਸੀਂ ਕਹਿ ਲਈਏ ਕਿ ਉਰ जिस तरह साडे पिंड है उस तरह उस समय जी प्रशासन की सब तो छोटी इकाई सी पिंड सी यानी कि उर सी सॉरी दा प्रबंध चलाउण दे लई 30 मैंबरां दी समिति नूं उर दे बालगां वल्लों 1 साल लई चुनिया जांदा सी। हरेक उर नूं खंडां विच वंडिया जांदा सी जिन्हां दे उम्मीदवारां दी चोण जनता वल्लों कीती जांदी सी। तां इस तरह जिहड़ी चौल वंश दे राजा समय जिहड़ी स्थानिक पद्धर ते लोकतंत्र हुंदी सीगी स्थानिक पद्धर ते। अगला प्रश्न बहुत ही महत्वपूर्ण है बेटा, वीटो शक्ति तो की भाव है? संयुक्त राष्ट्र संघ विच वीटो शक्ति किहड़े-किहड़े देशां कोल है? तां वीटो जे असीं वीटो शक्ति दा गल करदे हां तां वीटो शक्ति का अर्थ है ना कहण दी शक्ति। ठीक है, सब तो पहले तो वीटो है कि वीटो शक्ति है कि ना कहण दी शक्ति यानी कि मना करन दी शक्ति। इसका अर्थ है कि जिस नूं वीटो शक्ति प्रयोग करने का अधिकार होवे उसकी मर्जी तो बिना कोई प्रस्ताव पास नहीं किया हो सकता। यानी कि जे कोई मान लो किसी संस्था के विच कोई असीं अगे पढ़ते हैं डिटेल के विच संयुक्त राष्ट्र की सुरक्षा परिषद के 5 स्थाई मैंबरां नूं वीटो शक्ति का अधिकार प्राप्त है। हुण असीं संयुक्त राष्ट्र संघ बारे पढ़िया तो उसके असीं मैंबरां की गिनती पढ़ी है 193 है। उस दे विच 2 प्रकार उसकी गां अगे असीं जिहड़ा पढ़ते हैं कि 2 प्रकार के जिहड़े मैंबर उस विच शामिल हुंदे हन। जिहड़े 15 मैंबरी कमेटी है उस विच 5 मैंबर जिहड़े उहदे स्थाई हुंदे हन अते अस्थाई जिहड़े 10 मैंबर अगे बनते हैं। सुरक्षा परिषद जिहड़ी बनती है। ठीक है, हुण जिहड़ी सुरक्षा परिषद दे विच 5 मैंबर स्थाई हन उन्हां कोले वीटो पावर है बेटा। ठीक है, वो 5 जिहड़े देश हैगे आ संयुक्त राज्य अमेरिका है, रूस है, इंग्लैंड है, फ्रांस है ते चीन है। बाकी के जिहड़े देश है टर्न वाइज 10-10 यानी कि 10-10 करके अस्थाई मैंबर चुने जाते हैं 2 साल के लिए। ठीक है, उन्होंने इस तरह टर्म चलती रही है। भारत भी थोड़ी जानकारी लिए दसदी है एक बार जिहड़ा संयुक्त राष्ट्र संघ का एक स्थाई सुरक्षा परिषद का अस्थाई मैंबर रह चुका है।
ठीक है। ਤਾਂ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰਾਂ ਨੂੰ ਵੀਟੋ ਸ਼ਕਤੀ ਦਾ ਅਧਿਕਾਰ ਪ੍ਰਾਪਤ ਹੈ। ਜੇਕਰ ਇਹਨਾਂ 5 ਮੈਂਬਰਾਂ ਵਿੱਚੋਂ ਕੋਈ ਵੀ ਮੈਂਬਰ ਵੀਟੋ ਦੇ ਮੰਨ ਲਓ ਜਿਹੜੀ ਵੀਟੋ ਹੈ ਵੀਟੋ ਦੇ ਅਧਿਕਾਰ ਦਾ ਪ੍ਰਯੋਗ ਕਰਦਾ ਹੈ ਤਾਂ ਉਹ ਪ੍ਰਸਤਾਵ ਪਰਿਸ਼ਦ ਵਿੱਚ ਪਾਸ ਨਹੀਂ ਕੀਤਾ ਜਾਵੇਗਾ। ਮੰਨ ਲਓ ਕਿ ਕੋਈ ਇੱਕ ਮੈਂਬਰ ਵੀ ਉਸ ਦਾ ਮਨਾ ਕਰ ਦਿੰਦਾ ਹੈ ਤਾਂ ਉਸ ਨੂੰ ਕੀ ਹੈ ਪਾਸ ਨਹੀਂ ਕੀਤਾ ਜਾ ਸਕਦਾ। ਉਹ ਦੇਸ਼ ਜਿਨ੍ਹਾਂ ਨੂੰ ਵੀਟੋ ਅਧਿਕਾਰ ਪ੍ਰਾਪਤ ਹੈ, ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ, ਸੰਯੁਕਤ ਰਾਜ ਅਮਰੀਕਾ, ਰੂਸ, ਇੰਗਲੈਂਡ, ਫਰਾਂਸ ਤੇ ਚੀਨ, ਇਹ 5 ਦੇਸ਼ ਆ ਜਿਨ੍ਹਾਂ ਨੂੰ ਵੀਟੋ ਸ਼ਕਤੀ ਪ੍ਰਾਪਤ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਹੈ, ਅੰਤਰਰਾਸ਼ਟਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਲੋਕਤੰਤਰੀ ਸਿਧਾਂਤ ਤੇ ਖਰੀ ਨਹੀਂ ਉਤਰਦੀ, ਇਸ ਕਥਨ ਦੀ ਵਿਆਖਿਆ ਕਰੋ। ਅੰਤਰਰਾਸ਼ਟਰੀ ਜਿਹੜੀਆਂ ਸੰਸਥਾਵਾਂ ਉਹਨਾਂ ਦੀ ਜਿਹੜੀ ਕਾਰਜ ਪ੍ਰਣਾਲੀ ਉਹ ਕਹਿੰਦੇ ਲੋਕਤੰਤਰੀ ਸਿਧਾਂਤ ਤੇ ਖਰੀ ਨਹੀਂ ਉਤਰਦੀ ਹੈ, ਉਸ ਦੇ ਵਿੱਚ ਕੁਝ ਗੜਬੜ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੰਤਰਰਾਸ਼ਟਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਲੋਕਤੰਤਰੀ ਸਿਧਾਂਤਾਂ ਤੇ ਖਰੀ ਨਹੀਂ ਉਤਰਦੀ ਹੈ। ਸੰਯੁਕਤ ਰਾਸ਼ਟਰ ਸੰਘ ਲੋਕਤੰਤਰੀ ਸਿਧਾਂਤਾਂ ਅਨੁਸਾਰ ਹੈ, ਪਰ ਉਸ ਵਿੱਚ ਆਪ ਹੀ ਲੋਕਤੰਤਰ ਨਹੀਂ ਹੈ, ਕਿਉਂਕਿ ਸੁਰੱਖਿਆ ਪਰਿਸ਼ਦ ਵਿੱਚ ਸਿਰਫ 5 ਦੇਸ਼ਾਂ ਨੂੰ ਹੀ ਵੀਟੋ ਅਧਿਕਾਰ ਪ੍ਰਾਪਤ ਹੈ। ਇਸੇ ਤਰ੍ਹਾਂ IMF ਵਿੱਚ ਵੀ 52 ਯਾਨੀ ਕਿ 52% ਵੋਟਿੰਗ ਅਧਿਕਾਰ ਸਿਰਫ 10 ਦੇਸ਼ਾਂ ਕੋਲ ਹਨ, ਜੋ ਕਿ ਗਲਤ ਹੈ। ਯਾਨੀ ਕਿ ਇਸ ਲੋਕਤੰਤਰ ਦੇ ਵਿੱਚ ਨਹੀਂ ਹੈ। ਲੋਕਤੰਤਰ ਕੀ ਕਹਿੰਦਾ ਬੇਟਾ ਕਿ ਸਾਰਿਆਂ ਨੂੰ ਬਰਾਬਰ ਅਧਿਕਾਰ ਦੇਣਾ, ਪਰ ਅਸੀਂ ਪੜ੍ਹਿਆ ਕਿ ਸੁਰੱਖਿਆ ਪਰਿਸ਼ਦ ਦੇ ਵਿੱਚ ਕੀ ਹੈ 5 ਦੇਸ਼ਾਂ ਨੂੰ ਹੀ ਇੱਕ ਵੀਟੋ ਸ਼ਕਤੀ ਦਿੱਤੀ ਗਈ ਹੈ ਕਿ ਉਹ ਅਗਰ ਕਿਸੇ ਮਤੇ ਦੇ ਉੱਪਰ ਮਨਾ ਕਰ ਦਿੰਦਾ ਕੋਈ ਇੱਕ ਦੇਸ਼ ਵੀ ਤਾਂ ਉਹ ਮਤਾ ਪਾਸ ਨਹੀਂ ਕੀਤਾ ਜਾ ਸਕਦਾ। ਪਰ ਲੋਕਤੰਤਰ ਕੀ ਕਹਿੰਦਾ ਕਿ ਸਾਰਿਆਂ ਨੂੰ ਇੱਕੋ ਜਿਹਾ ਅਧਿਕਾਰ ਦੇਣਾ। ਇਸ ਕਰਕੇ ਜਿਹੜੀ ਅੰਤਰਰਾਸ਼ਟਰੀ ਸੰਸਥਾਵਾਂ ਉਹਨਾਂ ਦੀ ਕਾਰਜ ਪ੍ਰਣਾਲੀ ਲੋਕਤੰਤਰੀ ਸਿਧਾਂਤਾਂ ਤੇ ਖਰੀ ਨਹੀਂ ਉਤਰਦੀ। ਹੁਣ ਚਿੱਲੀ ਦੇ ਲੋਕਤੰਤਰ ਦੇ ਇਤਿਹਾਸ ਉੱਤੇ ਇੱਕ ਨੋਟ ਲਿਖਣਾ, ਅਸੀਂ ਸ਼ਾਰਟ ਨੋਟ ਲਿਖਾਂਗੇ। ਅਸੀਂ ਚਿੱਲੀ ਦੇ ਇਤਿਹਾਸ ਬਾਰੇ ਬਹੁਤ ਜ਼ਿਆਦਾ ਪੜ੍ਹਿਆ ਇਸ ਲੈਸਨ ਦੇ ਵਿੱਚ। ਚਿੱਲੀ ਦੱਖਣੀ ਅਮਰੀਕਾ ਦਾ ਦੇਸ਼ ਹੈ ਜਿੱਥੇ ਸਾਲਵਾਡੋਰ ਐਲੈਂਡੇ ਦੀ ਸਮਾਜਵਾਦੀ ਪਾਰਟੀ ਨੂੰ 1970 ਈਸਵੀ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਪ੍ਰਾਪਤ ਹੋਈ। ਇਸ ਤੋਂ ਬਾਅਦ ਐਲੈਂਡੇ ਨੇ ਗਰੀਬ ਲੋਕਾਂ ਦੇ ਕਲਿਆਣ, ਸਿੱਖਿਆ ਵਿੱਚ ਸੁਧਾਰ ਅਤੇ ਕਈ ਹੋਰ ਕੰਮ ਕੀਤੇ, ਜਿਸ ਦਾ ਵਿਦੇਸ਼ੀ ਕੰਪਨੀਆਂ ਨੇ ਵਿਰੋਧ ਕੀਤਾ। 11 ਸਤੰਬਰ 1973 ਈਸਵੀ ਨੂੰ ਸੈਨਿਕ ਜਨਰਲ ਪਿਨੋਸ਼ ਨੇ ਤਖਤਾ ਪਲਟ ਕਰ ਦਿੱਤਾ, ਜਿਸ ਵਿੱਚ ਐਲੈਂਡੇ ਦੀ ਮੌਤ ਹੋ ਗਈ। ਸੱਤਾ ਪਿਨੋਸ਼ ਦੇ ਹੱਥਾਂ ਵਿੱਚ ਆ ਗਈ। 17 ਸਾਲਾਂ ਤੱਕ ਰਾਜ ਕਰਨ ਤੋਂ ਬਾਅਦ ਪੈਨੋਸ਼ ਨੇ ਜਨਮਤ ਸਰਵੇਖਣ ਕਰਵਾਇਆ ਜਿਹੜਾ ਕਿ ਉਸ ਦੇ ਵਿਰੁੱਧ ਵਿੱਚ ਆਇਆ। 1990 ਵਿੱਚ ਉੱਥੇ ਚੁਣਾਵ ਹੋਏ ਤੇ ਦੁਬਾਰਾ ਲੋਕਤੰਤਰ ਸਥਾਪਿਤ ਹੋਇਆ। ਹੁਣ ਦੇਖੋ ਬਸ ਸਿੰਪਲ ਜਿਹਾ ਕੀ ਹੈ ਕਿ ਚਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਐਲੈਂਡੇ ਦੀ ਸਮਾਜਵਾਦੀ ਪਾਰਟੀ ਨੂੰ 1970 ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਪ੍ਰਾਪਤ ਹੋਈ। ਪਹਿਲਾਂ ਲੋਕਤੰਤਰ ਨਹੀਂ ਸੀ। 1970 ਵਿੱਚ ਰਾਸ਼ਟਰਪਤੀ ਬਣਿਆ ਐਲੈਂਡੇ, ਬਟ ਪੈਨੋਸ਼ ਨਾਂ ਦੇ ਇੱਕ ਅਧਿਕਾਰੀ ਨੇ ਕੀ ਕੀਤਾ ਹੈਗਾ 1973 ਵਿੱਚ ਸੈਨਿਕ ਜਨਰਲ ਪੈਨੋਸ਼ ਨੇ ਤਖਤਾ ਪਲਟ ਦਿੱਤਾ ਤੇ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ। ਫਿਰ ਉਸਨੇ ਲਗਭਗ 17 ਸਾਲ ਆ ਜਿਹੜਾ ਆਪਣਾ ਤਾਨਾਸ਼ਾਹੀ ਰਾਜ ਕੀਤਾ। ਪਰ ਉਸ ਤੋਂ ਬਾਅਦ 1990 ਈਸਵੀ ਵਿੱਚ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਕਿ ਚਿੱਲੀ ਦੇ ਵਿੱਚ ਮੁੜ ਲੋਕਤੰਤਰ ਦੀ ਬਹਾਲੀ ਹੋਈ। ਲਾਸਟ ਕੁਐਸਚਨ ਹੈ ਸਾਡਾ, ਅਫਰੀਕਾ ਮਹਾਦੀਪ ਦੇ ਦੇਸ਼ ਘਾਨਾ ਨੂੰ ਆਜ਼ਾਦ ਕਰਵਾਉਣ ਵਿੱਚ ਕਿਸ ਵਿਅਕਤੀ ਨੇ ਭੂਮਿਕਾ ਨਿਭਾਈ? ਘਾਨਾ ਦੀ ਆਜ਼ਾਦੀ ਦਾ ਅਫਰੀਕਾ ਦੇ ਹੋਰ ਦੇਸ਼ਾਂ ਉੱਤੇ ਕੀ ਪ੍ਰਭਾਵ ਪਿਆ? ਤਾਂ ਘਾਨਾ ਨੂੰ 1957 ਵਿੱਚ ਅੰਗਰੇਜ਼ਾਂ ਤੋਂ ਸੁਤੰਤਰਤਾ ਪ੍ਰਾਪਤੀ ਹੋਈ। 1957 ਵਿੱਚ 57 ਦੇ ਵਿੱਚ ਉਸ ਦੀ ਸੁਤੰਤਰਤਾ ਪ੍ਰਾਪਤੀ ਲਈ ਕਵਾਮੇ ਨਕਰੂਮਾ, ਠੀਕ ਹੈ, ਕਵਾਮੇ ਨਕਰੂਮਾ ਨਾਮ ਦੇ ਵਿਅਕਤੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਸਨੇ ਸੁਤੰਤਰਤਾ ਦੇ ਸੰਘਰਸ਼ ਦੌਰਾਨ ਜਨਤਾ ਦਾ ਸਾਥ ਦਿੱਤਾ ਅਤੇ ਦੇਸ਼ ਨੂੰ ਸੁਤੰਤਰ ਕਰਵਾਇਆ। ਉਹ ਘਾਨਾ ਦਾ ਪਹਿਲਾ ਪ੍ਰਧਾਨ ਮੰਤਰੀ ਅਤੇ ਬਾਅਦ ਵਿੱਚ ਰਾਸ਼ਟਰਪਤੀ ਬਣਿਆ। ਠੀਕ ਹੈ, ਘਾਨਾ ਦਾ ਪਹਿਲਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਬਣਿਆ। ਘਾਨਾ ਦੀ ਸੁਤੰਤਰਤਾ ਦਾ ਅਫਰੀਕਾ ਦੇ ਹੋਰ ਦੇਸ਼ਾਂ ਉੱਤੇ ਕਾਫੀ ਪ੍ਰਭਾਵ ਪਿਆ ਅਤੇ ਉਹ ਵੀ ਸੁਤੰਤਰਤਾ ਪ੍ਰਾਪਤੀ ਲਈ ਪ੍ਰੇਰਿਤ ਹੋਏ। ਉਹਨਾਂ ਨੇ ਵੀ ਸਮੇਂ ਦੇ ਨਾਲ ਸੁਤੰਤਰਤਾਵਾਂ ਪ੍ਰਾਪਤ ਕੀਤੀਆਂ। ਯਾਨੀ ਕਿ ਦੇਖੋ ਫਿਰ ਹੋਰ ਵੀ ਬਹੁਤ ਸਾਰੇ ਦੇਸ਼ਾਂ ਨੇ ਜਿਹੜਾ ਆਪਣੇ ਆਪ ਨੂੰ ਜਿਹੜਾ ਅੰਗਰੇਜ਼ਾਂ ਤੋਂ ਕਹਿ ਲਓ ਸੁਤੰਤਰ ਕਰਵਾਇਆ। ਤੋ ਠੀਕ ਹੈ, ਇਹ ਸੀ ਇਸ ਦਾ ਜਿਹੜਾ ਅਗਲਾ ਪਾਰਟ ਅਗਲੇ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਕਿਉਂਕਿ ਇਸੇ ਤਰ੍ਹਾਂ ਹੀ ਤੁਹਾਡੇ ਤੱਕ ਜਿਹੜਾ ਮਟੀਰੀਅਲ ਭੇਜਦੇ ਰਹਾਂਗੇ ਤਾਂ ਕਿ ਤੁਹਾਡੀ ਜਿਹੜੀ ਸਟੱਡੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ। ਔਰ ਅੱਗੇ ਤੋਂ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਨਾ ਨਾ ਭੁੱਲਣਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸਮੇਂ ਸ਼ੁਰੂ ਹੋ ਗਿਆ।